प्यारे विद्यार्थियों, ਜਦੋਂ ਅਸੀਂ ਕਰਸਰ ਮੈਨੇਜਮੈਂਟ ਦੀ ਗੱਲ ਕਰਦੇ ਹਾਂ ਤਾਂ ਕਰਸਰ ਦਾ ਮਤਲਬ ਹੈ ਕਿ ਇੱਕ ਵਰਕ ਏਰੀਆ ਸਰਵਰ ਦੀ ਮੈਮਰੀ ਦੇ ਵਿੱਚ ਓਪਨ ਹੁੰਦਾ ਵਾ, ਜਿਸ ਨੂੰ ਅਸੀਂ ਨਾਮ ਦਿੱਤਾ ਹੁੰਦਾ ਵਾ ਜਾਂ ਨਾਮ ਦੇ ਸਕਦੇ ਹਾਂ, ਅਤੇ ਉਸ ਦੇ ਵਿੱਚ ਅਸੀਂ ਬੈਕਐਂਡ 'ਤੇ ਪਏ ਹੋਏ ਟੇਬਲ ਦੇ ਵਿੱਚੋਂ ਇਨਫੋਰਮੇਸ਼ਨ ਰਿਟਰੀਵ ਕਰਕੇ ਉਸ ਵਰਕਰ ਏਰੀਏ ਦੇ ਵਿੱਚ ਲੈ ਸਕਦੇ ਹਾਂ, ਜਿਸ ਨੂੰ ਅਸੀਂ ਡੇਟਾ ਸੈੱਟ ਕਹਿੰਦੇ ਹਾਂ। ਜਾਂ ਦੂਸਰੇ ਲਫ਼ਜ਼ਾਂ ਦੇ ਵਿੱਚ ਮੈਂ ਇਸ ਤਰ੍ਹਾਂ ਕਹਿ ਸਕਦਾ ਹਾਂ ਕਿ ਓਰੈਕਲ ਇੰਜਨ ਇੱਕ ਵਰਕ ਏਰੀਆ ਕ੍ਰੀਏਟ ਕਰਦਾ ਵਾ ਸਰਵਰ ਦੀ ਮੈਮਰੀ ਦੇ ਵਿੱਚ, ਜਿਸ ਦੇ ਵਿੱਚ ਅਸੀਂ ਐਸਕਿਊਐਲ ਸਟੇਟਮੈਂਟਸ ਦੀ ਹੈਲਪ ਦੇ ਨਾਲ ਇਨਫੋਰਮੇਸ਼ਨ ਫੈਚ ਕਰ ਸਕਦੇ ਹਾਂ, ਅਤੇ ਉਸ ਫੈਚ ਕੀਤੀ ਹੋਈ ਇਨਫੋਰਮੇਸ਼ਨ ਨੂੰ ਜਾਂ ਰਿਕਾਰਡਸ ਨੂੰ ਅਸੀਂ ਡੇਟਾ ਸੈੱਟ ਕਹਿੰਦੇ ਹਾਂ। ਹਰ ਕਰਸਰ ਦਾ ਇੱਕ ਨਾਮ ਹੁੰਦਾ ਵਾ, ਜਾਂ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਵਰਕ ਏਰੀਆ ਅਸੀਂ ਸਰਵਰ ਦੀ ਰੈਮ ਦੇ ਵਿੱਚ ਓਪਨ ਕਰਦੇ ਹਾਂ ਉਸ ਨੂੰ ਅਸੀਂ ਇੱਕ ਨਾਮ ਦਿੰਦੇ ਹਾਂ, ਜਿਸ ਨੂੰ ਅਸੀਂ ਕਰਸਰ ਕਹਿੰਦੇ ਹਾਂ। ਜਿਸ ਤਰ੍ਹਾਂ ਅਸੀਂ ਇੱਕ ਐਸਕਿਊਐਲ ਸਟੇਟਮੈਂਟ ਜਿਹੜੀ ਹੈਗੀ ਆ ਉਹ ਚਲਾਉਂਦੇ ਹਾਂ, ਜਿਸ ਤਰ੍ਹਾਂ ਸਿਲੈਕਟ ਇੰਪਲੋਈ ਨੰਬਰ, ਇੰਪਲੋਈ ਨੇਮ, ਜੋਬ, ਸੈਲ, ਫਰੋਮ, ਐਂਪ, ਵੇਅਰ, ਡਿਪਾਰਟਮੈਂਟ ਨੰਬਰ ਇਜ਼ ਇਕੁਅਲ ਟੂ 10। ਅਸੀਂ ਉਹ ਇੰਪਲੋਈ ਨੰਬਰ, ਇੰਪਲੋਈ ਨੇਮ, ਜੋਬ ਅਤੇ ਸੈਲਰੀ ਜਿਹੜੀ ਆ ਇੰਪਲੋਈ ਟੇਬਲ ਦੇ ਵਿੱਚੋਂ ਕੱਢਾਂਗੇ ਜਿੱਥੇ ਡਿਪਾਰਟਮੈਂਟ ਨੰਬਰ 10 ਆ। ਇਸ ਰਿਕਾਰਡਸ ਨੂੰ ਜਦੋਂ ਅਸੀਂ ਇਸ ਕੁਐਰੀ ਦੇ ਥਰੂ ਫੈਚ ਕਰਦੇ ਹਾਂ ਅਤੇ ਅਸੀਂ ਇਸ ਨੂੰ ਇੱਕ ਵਰਕ ਏਰੀਏ ਦੇ ਵਿੱਚ ਲੈ ਲੈਂਦੇ ਹਾਂ, ਅਤੇ ਜਿਹੜੀ ਇਨਫੋਰਮੇਸ਼ਨ ਉਸ ਵਰਕ ਏਰੀਏ ਦੇ ਵਿੱਚ ਆ ਜਾਂਦੀ ਹੈ ਉਸ ਨੂੰ ਅਸੀਂ ਐਕਟਿਵ ਡੇਟਾ ਸੈੱਟ ਕਹਿੰਦੇ ਹਾਂ, ਅਤੇ ਉਹ ਇੱਕ ਸਾਡਾ ਜਿਹੜਾ ਵਾ ਕਰਸਰ ਹੁੰਦਾ ਵਾ, ਜਿਸ ਨੂੰ ਅਸੀਂ ਓਪਨ ਕੀਤਾ ਹੁੰਦਾ ਵਾ। ਹੁਣ ਜੇ ਅਸੀਂ ਕਰਸਰ ਦੀਆਂ ਟਾਈਪਸ ਦੀ ਗੱਲ ਕਰੀਏ ਤਾਂ ਸਾਡੇ ਕੋਲ ਦੋ ਤਰ੍ਹਾਂ ਦੇ ਕਰਸਰਸ ਹੈਗੇ ਆ, ਇੰਪਲੀਸਿਟ ਕਰਸਰ ਅਤੇ ਐਕਸਪਲੀਸਿਟ ਕਰਸਰ। ਇੰਪਲੀਸਿਟ ਕਰਸਰਸ ਉਹ ਕਰਸਰਸ ਆ ਜਿਹੜੇ ਓਰੈਕਲ ਇੰਜਨ ਸੌਫਟਵੇਅਰ ਦੇ ਦੁਆਰਾ ਆਟੋਮੈਟਿਕਲੀ ਜਿਹੜੇ ਹੈਗੇ ਮੈਨੇਜ ਕੀਤੇ ਜਾਂਦੇ ਆ। ਇਹ ਆਟੋਮੈਟਿਕਲੀ ਇਹਨਾਂ ਨੂੰ ਓਪਨ ਕਰਦਾ ਵਾ, ਕਲੋਜ਼ ਕਰਦਾ ਵਾ, ਅਤੇ ਜਿਹੜੀ ਇਨਫੋਰਮੇਸ਼ਨ ਐਸਕਿਊਐਲ ਸਟੇਟਮੈਂਟਸ ਦੇ ਦੁਆਰਾ ਫੈਚ ਕੀਤੀ ਜਾਂਦੀ ਆ ਉਹਨਾਂ ਦੇ ਉੱਤੇ ਜਿਹੜੇ ਓਪਰੇਸ਼ਨਸ ਪਰਫੋਰਮ ਹੁੰਦੇ ਆ ਉਹਨਾਂ ਸਾਰਿਆਂ ਨੂੰ ਮੈਨੇਜ ਕਰਦਾ ਵਾ, ਅਤੇ ਇਸ ਤਰ੍ਹਾਂ ਦੇ ਜਿਹੜੇ ਹੈਗੇ ਆ ਕਰਸਰਸ ਉਹਨਾਂ ਨੂੰ ਅਸੀਂ ਇੰਪਲੀਸਿਟ ਕਰਸਰਸ ਕਹਿੰਦੇ ਹਾਂ। ਐਕਸਪਲੀਸਿਟ ਕਰਸਰਸ, ਐਕਸਪਲੀਸਿਟ ਕਰਸਰਸ ਉਹ ਕਰਸਰਸ ਆ ਜਿਹੜੇ ਯੂਜ਼ਰਸ ਦੇ ਦੁਆਰਾ ਡਿਕਲੇਅਰ ਕੀਤੇ ਜਾਂਦੇ ਆ, ਉਹਨਾਂ ਨੂੰ ਨਾਮ ਦਿੱਤਾ ਜਾਂਦਾ ਵਾ, ਅਤੇ ਉਹਨਾਂ ਨੂੰ ਜਿਹੜਾ ਹੈਗਾ ਵਾ PL/SQL ਬਲੋਕ ਦੇ ਵਿੱਚ ਜਿਹੜਾ ਵਾ ਉਹ ਯੂਜ਼ ਕੀਤਾ ਜਾਂਦਾ ਵਾ। ਐਕਸਪਲੀਸਿਟ ਕਰਸਰਸ ਨੂੰ ਡਿਕਲੇਅਰ ਸੈਕਸ਼ਨਸ ਦੇ ਵਿੱਚ ਜਿਹੜਾ ਹੈਗਾ ਡਿਕਲੇਅਰ ਕੀਤਾ ਜਾਂਦਾ ਵਾ, ਫਿਰ ਇਹਨਾਂ ਨੂੰ ਓਪਨ ਕੀਤਾ ਜਾਂਦਾ ਵਾ, ਫਿਰ ਟੇਬਲਸ ਦੇ ਵਿੱਚੋਂ ਜਿਹੜੀਆਂ ਹੈਗੀ ਇਨਫੋਰਮੇਸ਼ਨ ਫੈਚ ਕੀਤੀ ਜਾਂਦੀ ਹੈ, ਜਿਹਨੂੰ ਐਕਟਿਵ ਡੇਟਾ ਸੈੱਟ ਕਿਹਾ ਜਾਂਦਾ ਵਾ, ਅਤੇ ਫਿਰ ਉਸ ਇਨਫੋਰਮੇਸ਼ਨ ਦੇ ਉੱਤੇ ਓਪਰੇਸ਼ਨ ਪਰਫੋਰਮ ਕਰਨ ਤੋਂ ਬਾਅਦ ਇਸ ਕਰਸਰ ਨੂੰ ਜਿਹੜਾ ਹੈਗਾ ਕਲੋਜ਼ ਕਰ ਦਿੱਤਾ ਜਾਂਦਾ ਵਾ। ਦੂਸਰੇ ਲਫ਼ਜ਼ਾਂ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਐਕਸਪਲੀਸਿਟ ਕਰਸਰ ਜਿਹੜਾ ਹੈਗਾ ਵਾ ਇਹ ਇੱਕ ਯੂਜ਼ਰ ਡਿਫਾਈਨਡ ਕਰਸਰ ਆ, ਔਰ ਇਹ ਯੂਜ਼ਰਸ ਦੇ ਦੁਆਰਾ ਜਿਹੜਾ ਹੈਗਾ ਵਾ ਡਿਕਲੇਅਰ ਕੀਤਾ ਜਾਂਦਾ ਵਾ, ਔਰ ਇਹਨੂੰ ਐਗਜ਼ੀਕਿਊਟੇਬਲ ਬਲੋਕ ਦੇ ਵਿੱਚ ਯੂਜ਼ ਕੀਤਾ ਜਾਂਦਾ ਇਨਫੋਰਮੇਸ਼ਨ ਦੇ ਉੱਤੇ ਓਪਰੇਸ਼ਨਸ ਪਰਫੋਰਮ ਕਰਨ ਲਈ। ਹੁਣ ਜੇ ਅਸੀਂ ਕਰਸਰਸ ਦੇ ਜਨਰਲੀ ਐਟਰੀਬਿਊਟਸ ਦੀ ਗੱਲ ਕਰੀਏ ਤਾਂ ਸਾਡੇ ਕੋਲ ਜਿਹੜੇ ਹੈਗੇ ਇਹ ਵਾਲੇ ਐਟਰੀਬਿਊਟਸ ਹੁੰਦੇ ਆ। ਪਰਸੈਂਟੇਜ ਇਜ਼ ਓਪਨ, ਪਰਸੈਂਟੇਜ ਇਜ਼ ਓਪਨ ਦਾ ਮਤਲਬ ਹੈਗਾ ਵਾ ਕਿ ਇਹ ਜਿਹੜਾ ਐਟਰੀਬਿਊਟ ਆ ਇਹ ਇਨਫੋਰਮੇਸ਼ਨ ਜਿਹੜੀ ਹੈਗੀ ਆ ਜਾਂ ਟਰੂ ਵੈਲਿਊ ਰਿਟਰਨ ਕਰਦਾ ਵਾ ਅਗਰ ਜਿਹੜਾ ਕਰਸਰ ਆ ਉਹ ਓਪਨ ਹੁੰਦਾ ਵਾ। ਅਗਰ ਕਰਸਰ ਓਪਨ ਨਹੀਂ ਆ ਤਾਂ ਇਹ ਫਾਲਸ ਰਿਟਰਨ ਕਰੇਗਾ। ਪਰਸੈਂਟੇਜ ਫਾਊਂਡ ਦਾ ਮਤਲਬ ਆ ਕਿ ਅਗਰ ਰਿਕਾਰਡ ਜਦੋਂ ਅਸੀਂ ਫੈਚ ਕਰਨ ਜਾਂਦੇ ਹਾਂ ਅਤੇ ਰਿਕਾਰਡ ਸਾਨੂੰ ਮਿਲ ਜਾਂਦਾ ਵਾ ਅਤੇ ਇਹ ਜਿਹੜਾ ਹੈਗਾ ਟਰੂ ਰਿਟਰਨ ਕਰਦਾ ਵਾ, ਅਦਰਵਾਈਜ਼ ਇਹ ਫਾਲਸ ਰਿਟਰਨ ਕਰਦਾ ਵਾ। ਪਰਸੈਂਟੇਜ ਨਾਟ ਫਾਊਂਡ ਦਾ ਮਤਲਬ ਹੈਗਾ ਕਿ ਸਾਨੂੰ ਰਿਕਾਰਡ ਨਹੀਂ ਮਿਲਿਆ ਤਾਂ ਇਹ ਟਰੂ ਜਿਹੜਾ ਹੈਗਾ ਰਿਟਰਨ ਕਰੇਗਾ, ਅਦਰਵਾਈਜ਼ ਇਹ ਫਾਲਸ ਰਿਟਰਨ ਕਰੇਗਾ। ਪਰਸੈਂਟੇਜ ਰੋ ਕਾਊਂਟ ਦਾ ਮਤਲਬ ਹੈਗਾ ਵਾ ਕਿ ਇਟ ਰਿਟਰਨਸ ਨੰਬਰ ਆਫ ਰਿਕਾਰਡਸ ਪ੍ਰੋਸੈਸਡ ਫਰੋਮ ਕਰਸਰ, ਕਰਸਰ ਦੇ ਵਿੱਚੋਂ ਕਿੰਨੀਆਂ ਰੋਸ ਜਿਹੜੀਆਂ ਹੈਗੀਆਂ ਉਹਨੂੰ ਪ੍ਰੋਸੈਸ ਕੀਤਾ ਗਿਆ ਉਹਨਾਂ ਦੀ ਗਿਣਤੀ ਇਹ ਰਿਟਰਨ ਕਰਦਾ ਵਾ। ਹੁਣ ਇੰਪਲੀਸਿਟ ਕਰਸਰਸ ਦੀ ਜੇ ਅਸੀਂ ਹੈਂਡਲਿੰਗ ਦੀ ਗੱਲ ਕਰੀਏ ਅਤੇ ਜਿਹੜਾ ਇੰਪਲੀਸਿਟ ਕਰਸਰ ਹੁੰਦਾ ਵਾ ਇਸ ਨੂੰ ਐਸਕਿਊਐਲ ਨਾਮ ਦਿੱਤਾ ਜਾਂਦਾ ਵਾ। ਇੰਪਲੀਸਿਟ ਕਰਸਰ ਦਾ ਨਾਮ ਹਮੇਸ਼ਾ ਐਸਕਿਊਐਲ ਹੁੰਦਾ ਵਾ ਜਾਂ ਸਟਰਕਚਰਡ ਕੁਐਰੀ ਲੈਂਗੁਏਜ ਹੁੰਦਾ ਵਾ। ਤੋ ਇਹਦੇ ਵਿੱਚ ਜਿਹੜੇ ਐਟਰੀਬਿਊਟਸ ਯੂਜ਼ ਹੁੰਦੇ ਆ ਉਹਦੇ ਐਸਕਿਊਐਲ ਪਰਸੈਂਟੇਜ ਇਜ਼ ਓਪਨ। ਤੋ ਐਸਕਿਊਐਲ ਪਰਸੈਂਟੇਜ ਇਜ਼ ਓਪਨ ਜਿਹੜਾ ਆਲਵੇਜ ਫਾਲਸ ਰਿਟਰਨ ਕਰਦਾ ਵਾ, ਕਿਉਂਕਿ ਜਦੋਂ ਵੀ ਓਰੈਕਲ ਇੰਜਨ ਕਿਸੇ
ਐਸਕੂਐਲ ਸਟੇਟਮੈਂਟਸ ਨੂੰ ਐਗਜ਼ੀਕਿਊਟ ਕਰਦਾ ਵਾ ਤੇ ਉਸ ਤੋਂ ਬਾਅਦ ਆਟੋਮੈਟਿਕਲੀ ਕਰਸਰ ਨੂੰ ਜਿਹੜਾ ਹੈਗਾ ਵਾ ਕਲੋਜ਼ ਕਰ ਦਿੰਦਾ ਵਾ। ਤਾਂ ਇਹਦਾ ਮਤਲਬ ਹੈਗਾ ਜਦੋਂ ਕਰਸਰ ਕਲੋਜ਼ ਨਹੀਂ ਰਹਿੰਦਾ ਤੇ ਇਹਦਾ ਮਤਲਬ ਹੈਗਾ ਵਾ ਕਿ ਇਹਨੇ ਜਿਹੜਾ ਹੈਗਾ ਵਾ ਉਹ ਐਸਕੂਐਲ ਪਰਸੈਂਟੇਜ ਇਜ਼ ਓਪਨ ਨੇ ਆਲਵੇਜ ਫਾਲਸ ਹੀ ਰਿਟਰਨ ਕਰਨਾ ਵਾ, ਕਿਉਂਕਿ ਕਰਸਰ ਜਿਹੜਾ ਉਹ ਬੰਦ ਹੋ ਜਾਂਦਾ ਵਾ। ਐਸਕੂਐਲ ਪਰਸੈਂਟੇਜ ਫਾਊਂਡ ਦਾ ਮਤਲਬ ਹੈ ਕਿ ਇਹ ਜਿਹੜਾ ਐਟਰੀਬਿਊਟ ਹੈ ਟਰੂ ਰਿਟਰਨ ਕਰਦਾ ਵਾ ਜਦੋਂ ਰਿਕਾਰਡ ਇੰਪਲੀਸਿਟਲੀ ਜਿਹੜਾ ਹੈਗਾ ਵਾ ਐਸਕੂਐਲ ਸਟੇਟਮੈਂਟ ਨੂੰ ਜਿਹੜਾ ਵਾ ਜਾਂ DML ਸਟੇਟਮੈਂਟ ਨੂੰ ਮਿਲ ਜਾਂਦਾ ਵਾ। ਐਸਕੂਐਲ ਪਰਸੈਂਟੇਜ ਨਾਟ ਫਾਊਂਡ ਦਾ ਮਤਲਬ ਹੈਗਾ ਕਿ ਇਹ ਟਰੂ ਰਿਟਰਨ ਕਰਦਾ ਵਾ ਜਦੋਂ ਰਿਕਾਰਡ ਪ੍ਰਾਪਤ ਨਹੀਂ ਹੁੰਦਾ। ਐਸਕੂਐਲ ਪਰਸੈਂਟੇਜ ਰੋ ਕਾਊਂਟ ਦਾ ਮਤਲਬ ਆ ਇਟ ਰਿਟਰਨਸ ਦਾ ਨੰਬਰ ਆਫ ਰੋਜ਼ ਅਫੈਕਟਡ ਬਾਈ ਐਨ ਇਨਸਰਟ ਅਪਡੇਟ ਡਿਲੀਟ ਔਰ ਸਿੰਗਲ ਰੋ ਸਿਲੈਕਟ ਸਟੇਟਮੈਂਟ। ਇਹਨੇ ਐਸਕੂਐਲ ਪਰਸੈਂਟੇਜ ਰੋ ਕਾਊਂਟ ਨੇ ਉਹਨਾਂ ਰੋਜ਼ ਦਾ ਨੰਬਰ ਦੱਸਣਾ ਵਾ ਕਿ ਇਹ 2 ਆ ਜਾਂ 3 ਆ ਜਾਂ 4 ਆ, ਜਿੰਨੀਆਂ ਜਿਹੜੀਆਂ ਹੈਗੀਆਂ ਵਾ DML ਸਟੇਟਮੈਂਟ ਦੇ ਦੁਆਰਾ ਅਫੈਕਟ ਹੁੰਦੀਆਂ ਹਨ। ਹੁਣ ਅਗਲੀ ਗੱਲ ਕਰੀਏ ਕਿ ਜਿਹੜਾ ਐਸਕੂਐਲ ਪਰਸੈਂਟੇਜ ਐਟਰੀਬਿਊਟ ਹੁੰਦਾ ਵਾ ਇਹਨੂੰ ਅਸੀਂ ਯੂਜ਼ ਕਿਸ ਤਰ੍ਹਾਂ ਕਰਦੇ ਹਾਂ। ਜਿੱਦਾਂ ਇਹ ਇੱਕ ਐਗਜ਼ਾਮਪਲ ਹੈਗੀ ਹੈ, ਇਹਦੇ ਵਿੱਚ ਅਸੀਂ ਐਸਕੂਐਲ ਪਰਸੈਂਟੇਜ ਨਾਟ ਫਾਊਂਡ ਨੂੰ ਜਿਹੜਾ ਹੈਗਾ ਯੂਜ਼ ਕਰਕੇ ਵਿਖਾਇਆ ਵਾ। ਜਿਸ ਤਰ੍ਹਾਂ ਦੇਖੋ ਇਹਦੇ ਵਿੱਚ ਇਹ ਕੋਡ ਲਿਖਿਆ ਵਾ ਕਿ ਬਿਗਿਨ ਡਿਲੀਟ ਐਂਪ ਵੇਅਰ EMPLOYEE ਨੰਬਰ ਇਜ਼ ਇਕੁਅਲ ਟੂ ਐਂਪਰਸੈਂਡ EMP ਨੰਬਰ। ਇਹਦਾ ਮਤਲਬ ਹੈਗਾ ਕਿ ਅਸੀਂ EMPLOYEE ਟੇਬਲ ਦੇ ਵਿੱਚੋਂ ਇੱਕ ਰਿਕਾਰਡ ਡਿਲੀਟ ਕਰਨਾ ਵਾ ਜਿੱਥੇ ਸਾਡੇ ਦੁਆਰਾ ਦਿੱਤਾ ਗਿਆ EMPLOYEE ਨੰਬਰ ਟੇਬਲ ਦੇ ਵਿੱਚ ਪਏ ਹੋਏ EMPLOYEE ਨੰਬਰ ਦੇ ਨਾਲ ਮੈਚ ਕਰ ਜਾਂਦਾ ਵਾ। ਤੋ ਇਫ ਐਸਕੂਐਲ ਪਰਸੈਂਟੇਜ ਨਾਟ ਫਾਊਂਡ ਮਤਲਬ ਕੀ ਹੈਗਾ, ਇਹਦਾ ਇਸ ਐਟਰੀਬਿਊਟ ਦਾ ਮਤਲਬ ਹੈਗਾ ਕਿ ਜੇ ਸਾਨੂੰ ਰਿਕਾਰਡ ਨਹੀਂ ਮਿਲਦਾ ਤੇ ਫਿਰ ਸਾਨੂੰ DBMS output.put ਲਾਈਨ ਇੱਕ ਪੈਕੇਜ ਹੈਗਾ ਵਾ ਜਿਹੜਾ ਮੈਸੇਜ ਡਿਸਪਲੇ ਕਰਾ ਦੇਗਾ ਸਕਰੀਨ ਦੇ ਉੱਤੇ ਕਿ ਰਿਕਾਰਡ ਨਾਟ ਡਿਲੀਟਡ। ਇਹਦਾ ਮਤਲਬ ਕਿ ਜਦੋਂ ਰਿਕਾਰਡ ਸਾਨੂੰ ਮਿਲਿਆ ਹੀ ਨਹੀਂ ਹੈ ਤਾਂ ਅਸੀਂ ਉਹਨੂੰ ਡਿਲੀਟ ਕਿੱਥੋਂ ਕਰਨਾ ਵਾ। ਤੇ ਅੱਗੇ ਐਲਸ ਕੀ ਹੈਗਾ ਵਾ, ਜੇ ਸਾਨੂੰ ਰਿਕਾਰਡ ਨਹੀਂ ਮਿਲਦਾ ਤੇ ਅਸੀਂ ਐਲਸ ਵਾਲੇ ਕੇਸ ਦੇ ਵਿੱਚ ਜਾਵਾਂਗੇ। ਉੱਥੇ ਅਸੀਂ DBMS output.put ਲਾਈਨ ਪੈਕੇਜ ਦੇ ਦੁਆਰਾ ਜਿਹੜਾ ਹੈਗਾ ਅਸੀਂ ਰਿਕਾਰਡ ਡਿਲੀਟਡ ਜਿਹੜਾ ਹੈਗਾ ਵਾ ਉਹ ਮੈਸੇਜ ਡਿਸਪਲੇ ਕਰਾ ਦਾਂਗੇ। ਕਿਉਂਕਿ ਜਦੋਂ ਸਾਨੂੰ ਐਸਕੂਐਲ ਪਰਸੈਂਟੇਜ ਨਾਟ ਫਾਊਂਡ ਜਿਹੜਾ ਹੈਗਾ ਵਾ ਉਹ ਜਿਹੜਾ ਹੈਗਾ ਵਾ ਮਤਲਬ ਐਸਕੂਐਲ ਪਰਸੈਂਟੇਜ ਨਾਟ ਫਾਊਂਡ ਜਿਹੜਾ ਫਾਲਸ ਜਿਹੜਾ ਹੈਗਾ ਵਾ ਉਹਨੇ ਰਿਟਰਨ ਹੋਇਆ ਤਾਂ ਇਹਦਾ ਮਤਲਬ ਹੈ ਕਿ ਸਾਨੂੰ ਜਿਹੜਾ ਹੈਗਾ ਵਾ ਰਿਕਾਰਡ ਅਸੀਂ ਜਿਹੜਾ ਵਾ ਉਹ ਡਿਲੀਟ ਕਰ ਦਿੱਤਾ। ਇੰਪਲੀਸਿਟ ਕਰਸਰ ਤੋਂ ਬਾਅਦ ਜੇ ਅਸੀਂ ਐਕਸਪਲੀਸਿਟ ਕਰਸਰ ਦੀ ਗੱਲ ਕਰੀਏ ਤਾਂ ਅਸੀਂ ਐਕਸਪਲੀਸਿਟ ਕਰਸਰ ਨੂੰ ਇਸ ਤਰੀਕੇ ਦੇ ਨਾਲ ਹੈਂਡਲ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਅਸੀਂ ਡਿਕਲੇਅਰ ਸੈਕਸ਼ਨ ਦੇ ਵਿੱਚ ਅਸੀਂ ਐਕਸਪਲੀਸਿਟ ਕਰਸਰ ਹੈ ਜਿਹੜਾ ਉਹਨੂੰ ਡਿਕਲੇਅਰ ਕਰਾਂਗੇ ਤੇ ਉਹਦੇ ਨਾਲ ਐਸਕੂਐਲ ਸਟੇਟਮੈਂਟ ਨੂੰ ਮੈਪ ਕਰਾਂਗੇ। ਐਸਕੂਐਲ ਸਟੇਟਮੈਂਟ ਨੂੰ ਮੈਪ ਕਰਨ ਦਾ ਭਾਵ ਇਹ ਹੈਗਾ ਕਿ ਜਿਹੜੀ ਐਸਕੂਐਲ ਸਟੇਟਮੈਂਟ ਅਸੀਂ ਲਿਖਾਂਗੇ ਉਹਦੇ ਦੁਆਰਾ ਜਿਹੜੀ ਰੋ ਰਿਟਰੀਵ ਹੋਵੇਗੀ ਉਹਨੂੰ ਅਸੀਂ ਕਰਸਰਸ ਦੇ ਵਿੱਚ ਓਪਨ ਕਰਾਂਗੇ ਤੇ ਉਸ ਤੋਂ ਬਾਅਦ ਅਸੀਂ ਕਰਸਰ ਨੂੰ ਜਿਹੜਾ ਵਾ ਓਪਨ ਕਰਾਂਗੇ। ਫਿਰ ਅਸੀਂ ਜਿਹੜੀ ਐਕਟਿਵ ਡੇਟਾ ਸੈੱਟ ਹੈਗਾ ਵਾ ਉਹਦੇ ਵਿੱਚੋਂ ਜਾਂ ਅਸੀਂ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਕਰਸਰਸ ਦੇ ਵਿੱਚ ਜਿਹੜੀਆਂ ਰੋਜ਼ ਓਪਨ ਹੋਈਆਂ ਜਾਂ ਜਿਹੜਾ ਐਕਟਿਵ ਡੇਟਾ ਸੈੱਟ ਓਪਨ ਹੋਇਆ ਵਾ ਉਹ 1 ਰੋ ਐਟ ਏ ਟਾਈਮ ਅਸੀਂ ਮੈਮਰੀ ਵੇਰੀਏਬਲਸ ਦੇ ਵਿੱਚ ਲਵਾਂਗੇ ਤੇ ਫਿਰ ਅਸੀਂ ਮੈਮਰੀ ਵੇਰੀਏਬਲਸ ਦੇ ਵਿੱਚ ਜਿਹੜਾ ਡਾਟਾ ਹੈਲਡ ਆ ਉਹਨੂੰ ਲੂਪ ਦੇ ਥਰੂ ਜਿਹੜਾ ਹੈਗਾ ਵਾ ਅਸੀਂ ਪ੍ਰੋਸੈਸ ਕਰਾਂਗੇ। ਜਾਂ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਮੈਮਰੀ ਵੇਰੀਏਬਲਸ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਹੈਗੀ ਆ ਉਹਨੂੰ ਅਸੀਂ ਲੂਪ ਯੂਜ਼ ਕਰਕੇ ਪ੍ਰੋਸੈਸ ਕਰ ਸਕਦੇ ਹਾਂ। ਫਿਰ ਅਸੀਂ ਲੂਪ ਨੂੰ ਐਗਜ਼ਿਟ ਕਰਾਂਗੇ ਔਰ ਫਿਰ ਅਸੀਂ ਕਰਸਰ ਨੂੰ ਕਲੋਜ਼ ਕਰ ਦੇਵਾਂਗੇ। ਮੈਂ ਦੁਬਾਰਾ ਇਸ ਚੀਜ਼ ਨੂੰ ਜਿਹੜਾ ਹੈਗਾ ਵਾ ਉਹ ਰਿਪੀਟ ਕਰਦਾ ਵਾਂ। ਪਹਿਲਾਂ ਅਸੀਂ ਐਕਸਪਲੀਸਿਟ ਕਰਸਰ ਡਿਕਲੇਅਰ ਕਰਾਂਗੇ, ਉਹਦੇ ਨਾਲ ਅਸੀਂ ਜਿਹੜੀ ਐਸਕੂਐਲ ਸਟੇਟਮੈਂਟ ਹੈ ਉਹਨੂੰ ਅਸੀਂ ਮੈਪ ਕਰਾਂਗੇ, ਕਰਸਰ ਨੂੰ ਓਪਨ ਕਰਾਂਗੇ। ਫਿਰ ਅਸੀਂ ਜਿਹੜਾ ਕਰਸਰਸ ਦੇ ਵਿੱਚ ਇਨਫੋਰਮੇਸ਼ਨ ਆ ਜਾਂਦੀ ਹੈ, ਜਿਹੜਾ ਐਕਟਿਵ ਡੇਟਾ ਸੈੱਟ ਬਣ ਜਾਂਦਾ ਵਾ ਉਹਦੇ ਵਿੱਚੋਂ ਇੱਕ ਰੋ ਐਟ ਏ ਟਾਈਮ ਅਸੀਂ ਜਿਹੜਾ ਮੈਮਰੀ ਵੇਰੀਏਬਲਸ ਦੇ ਵਿੱਚ ਲਾਂਗੇ। ਫਿਰ ਅਸੀਂ ਉਹਨਾਂ ਮੈਮਰੀ ਵੇਰੀਏਬਲਸ ਨੂੰ ਲੂਪ ਦੇ ਵਿੱਚ ਰੱਖਾਂਗੇ ਤੇ ਉਹਨਾਂ ਦੇ ਉੱਤੇ ਜਿਹੜੀ ਹੈਗੀ ਆ ਪ੍ਰੋਸੈਸਿੰਗ ਕਰਾਂਗੇ ਤਾਂ ਕਿ ਇਨਫੋਰਮੇਸ਼ਨ ਨੂੰ ਜੋ ਵੀ ਅਸੀਂ ਮੋਡੀਫਾਈ ਕਰਨਾ ਵਾ ਜਾਂ ਡਿਲੀਟ ਕਰਨਾ ਵਾ ਉਹ ਅਸੀਂ ਕਰ ਸਕੀਏ। ਉਸ ਤੋਂ ਬਾਅਦ ਅਸੀਂ ਲੂਪ ਨੂੰ ਐਗਜ਼ਿਟ ਕਰਾਂਗੇ ਤੇ ਕਰਸਰ ਨੂੰ ਕਲੋਜ਼ ਕਰ ਦਾਂਗੇ। ਤਾਂ ਹੁਣ ਕਰਸਰ ਨੂੰ ਜਿਹੜਾ ਹੈਗਾ ਡਿਕਲੇਅਰ ਕਰਨ ਦਾ ਤਰੀਕਾ ਇਹ ਹੁੰਦਾ ਵਾ, ਸਿੰਟੈਕਸ ਇਹ ਹੁੰਦਾ ਵਾ ਕਰਸਰ ਨੇਮ ਇਜ਼ ਸਿਲੈਕਟ ਸਟੇਟਮੈਂਟ। ਹੁਣ ਇਹਦੇ ਵਿੱਚ ਕੀ ਆ, ਅਸੀਂ ਇੱਕ ਤੇ ਕਰਸਰ ਨੂੰ ਜਿਹੜਾ ਹੈਗਾ ਵਾ ਡਿਕਲੇਅਰ ਕਰ ਰਹੇ ਹਾਂ ਨੇਮ ਦੇ ਕੇ ਔਰ ਨਾਲ ਹੀ ਇੱਕ ਐਸਕੂਐਲ ਸਟੇਟਮੈਂਟ ਜਿਹੜੀ ਹੈਗੀ ਉਹਦੀ ਮੈਪਿੰਗ ਕਰ ਰਹੇ ਹਾਂ।
ਫਿਰ ਅਸੀਂ ਕਰਸਰ ਨੂੰ ਓਪਨ ਕਰਦੇ ਹਾਂ ਇਸ ਕਮਾਂਡ ਦੇ ਕੇ ਓਪਨ ਕਰਸਰ ਨੇਮ। ਅਗਲੀ ਗੱਲ ਆ ਜਾਂਦੀ ਹੈ ਕਿ ਅਸੀਂ ਜਿਹੜੀਆਂ ਹੈਗੀਆਂ ਵਾ ਕਰਸਰਸ ਦੇ ਵਿੱਚ ਜਿਹੜੀਆਂ ਹੈਗੀਆਂ ਵਾ ਇੰਡੀਵਿਜੂਅਲਸ ਰੋਜ਼ ਨੂੰ ਵੀ ਅਸੀਂ ਫੈਚ ਕਰ ਸਕਦੇ ਹਾਂ। ਉਹਦੇ ਵਾਸਤੇ ਸਿੰਟੈਕਸ ਹੁੰਦਾ ਵਾ ਫੈਚ ਕਰਸਰ ਨੇਮ ਇਨਟੂ ਵੇਰੀਏਬਲਸ। ਹੁਣ ਮੈਂ ਇਹਨੂੰ ਹੋਰ ਮੋਰ ਡਿਟੇਲ ਦੇ ਵਿੱਚ ਦੱਸਦਾ ਹਾਂ। ਜਿਵੇਂ ਮੈਂ ਅਸੀਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਜਿਹੜਾ ਕਰਸਰ ਆ ਉਹਨੂੰ ਅਸੀਂ ਸਰਵਰ ਦੀ ਰੈਮ ਦੇ ਵਿੱਚ ਜਿਹੜਾ ਹੈਗਾ ਓਪਨ ਕਰਦੇ ਹਾਂ। ਜਿਵੇਂ ਇਸ ਡਾਇਗਰਾਮ ਦੇ ਵਿੱਚ ਦਿਖਾਇਆ ਗਿਆ ਵਾ ਸਰਵਰ ਰੈਮ ਐਕਟਿਵ ਡੇਟਾ ਸੈੱਟ ਔਨ ਸਰਵਰ। ਕਿਸੇ ਵੀ ਟੇਬਲ ਦੇ ਵਿੱਚੋਂ ਜਿਹੜਾ ਹੈਗਾ ਵਾ ਅਸੀਂ ਇੰਪਲੋਈ ਨੰਬਰ, ਇੰਪਲੋਈ ਨੇਮ ਤੇ ਜੌਬ ਇਹ ਵਾਲੇ ਐਟਰੀਬਿਊਟਸ ਦੀਆਂ ਵੈਲਿਊਜ਼ ਰੋਜ਼ ਦੀ ਫਾਰਮਸ ਦੇ ਵਿੱਚ ਰਿਟਰੀਵ ਕਰਦੇ ਹਾਂ, ਜਿਹੜਾ ਸਰਵਰ ਦੀ ਰੈਮ ਦੇ ਵਿੱਚ ਇੱਕ ਐਕਟਿਵ ਡੇਟਾ ਸੈੱਟ ਬਣ ਜਾਂਦਾ ਵਾ। ਇਸੇ ਤਰ੍ਹਾਂ ਹੀ ਸਿਮਿਲਰਲੀ ਜਿਹੜਾ ਹੈਗਾ PLSQL ਕੋਡ ਦੇ ਵਿੱਚ ਜਦੋਂ ਅਸੀਂ ਸਰਵਰ ਕਰਸਰ ਨੂੰ ਯੂਜ਼ ਕਰਕੇ ਅਸੀਂ ਜਿਹੜਾ ਹੈਗਾ ਵਾ ਸਰਵਰ ਦੇ ਉੱਤੇ ਜਿਹੜਾ ਐਕਟਿਵ ਡੇਟਾ ਸੈੱਟ ਓਪਨ ਹੋਇਆ ਵਾ ਉਹ ਸੇਮ ਅਸੀਂ ਐਕਟਿਵ ਡੇਟਾ ਸੈੱਟ ਜਿਹੜਾ ਹੈਗਾ ਵਾ ਕਲਾਇੰਟ ਮਸ਼ੀਨ ਦੀ ਰੈਮ ਦੇ ਵਿੱਚ ਵੀ ਓਪਨ ਕਰ ਸਕਦੇ ਹਾਂ। ਤੇ ਫਿਰ ਅਸੀਂ ਜਿਹੜਾ ਹੈਗਾ ਵਾ ਕਲਾਇੰਟ ਮਸ਼ੀਨ ਦੇ ਉੱਤੇ ਜਿਹੜਾ PLSQL ਕੋਡ ਲਿਖਿਆ ਵਾ ਉਹਦੇ ਵਿੱਚ ਅਸੀਂ ਕਰਸਰ ਦੇ ਵਿੱਚੋਂ ਇੱਕ ਰਿਕਾਰਡ ਇੱਕ ਸਮੇਂ ਜਿਹੜਾ ਹੈਗਾ ਮੈਮਰੀ ਵੇਰੀਏਬਲਸ ਦੇ ਵਿੱਚ ਲੈ ਕੇ ਅਸੀਂ ਉਹਦੀ ਪ੍ਰੋਸੈਸਿੰਗ ਕਰ ਸਕਦੇ ਹਾਂ ਔਰ ਅਸੀਂ ਜਿਹੜੇ ਰਿਜ਼ਲਟ ਆ ਉਹ ਡਿਸਪਲੇ ਕਰਵਾ ਸਕਦੇ ਹਾਂ। ਤੇ ਉਸ ਤੋਂ ਬਾਅਦ ਅਸੀਂ ਕਰਸਰ ਜਿਹੜਾ ਹੈਗਾ ਉਹਨੂੰ ਅਸੀਂ ਜਿਹੜਾ ਹੈਗਾ ਉਹ ਕਲੋਜ਼ ਕਰ ਦਿੰਦੇ ਹਾਂ। ਹੁਣ ਜਦੋਂ ਅਸੀਂ ਕਰਸਰ ਐਕਸਪਲਿਸਿਟ ਕਰਸਰਸ ਨੂੰ ਯੂਜ਼ ਕਰਦੇ ਹਾਂ ਤਾਂ ਐਕਸਪਲਿਸਿਟ ਕਰਸਰ ਦੇ ਵੀ ਆਪਣੇ ਐਟਰੀਬਿਊਟਸ ਹੈਗੇ, ਜਿਸ ਤਰ੍ਹਾਂ ਪਰਸੈਂਟੇਜ ਇਜ਼ ਓਪਨ। ਪਰਸੈਂਟੇਜ ਇਜ਼ ਓਪਨ ਦਾ ਮਤਲਬ ਹੈਗਾ ਕਿ ਇਹ ਐਟਰੀਬਿਊਟ ਜਿਹੜਾ ਹੈਗਾ ਟਰੂ ਰਿਟਰਨ ਕਰੇਗਾ ਅਗਰ ਕਰਸਰ ਓਪਨ ਹੈ। ਪਰਸੈਂਟੇਜ ਫਾਊਂਡ ਦਾ ਮਤਲਬ ਹੈਗਾ ਇਹ ਐਟਰੀਬਿਊਟ ਸਾਨੂੰ ਟਰੂ ਰਿਟਰਨ ਕਰੇਗਾ ਜੇ ਰਿਕਾਰਡ ਮਿਲ ਜਾਂਦਾ ਵਾ। ਪਰਸੈਂਟੇਜ ਨਾਟ ਫਾਊਂਡ ਦਾ ਮਤਲਬ ਹੈਗਾ ਕਿ ਸਾਨੂੰ ਜਿਹੜਾ ਹੈਗਾ ਵਾ ਇਹ ਟਰੂ ਰਿਟਰਨ ਕਰੇਗਾ ਅਗਰ ਜਿਹੜੀ ਲਾਸਟ ਫੈਚ ਜਿਹੜੀ ਸਾਡੀ ਉਹ ਫੇਲ ਹੋ ਜਾਂਦੀ ਹੈ। ਲਾਸਟ ਫੈਚ ਦਾ ਮਤਲਬ ਹੈਗਾ ਕਿ ਅਸੀਂ ਜਿਹੜਾ ਸਭ ਤੋਂ ਅਖੀਰ ਤੇ ਰਿਕਾਰਡ ਫੈਚ ਕਰਨ ਦੀ ਕੋਸ਼ਿਸ਼ ਕਰਦੇ ਹਾਂ ਪਰ ਸਾਨੂੰ ਉਹ ਰਿਕਾਰਡ ਜਿਹੜਾ ਹੈਗਾ ਵਾ ਉਹ ਨਹੀਂ ਮਿਲਦਾ, ਫੇਲ ਹੋ ਜਾਂਦਾ ਵਾ। ਪਰਸੈਂਟੇਜ ਰੋ ਕਾਊਂਟ ਦਾ ਮਤਲਬ ਹੈਗਾ ਰਿਟਰਨਸ ਦਾ ਨੰਬਰ ਆਫ ਰੋਜ਼ ਫੈਚਡ। ਇਹ ਜਿਹੜੀਆਂ ਰੋਜ਼ ਅਸੀਂ ਫੈਚ ਕੀਤੀਆਂ ਕਰਸਰਸ ਦੇ ਵਿੱਚ ਉਹਨਾਂ ਦਾ ਨੰਬਰ ਕਿੰਨਾ ਵਾ ਉਹ ਉਹਨਾਂ ਦੀ ਗਿਣਤੀ ਸਾਨੂੰ ਜਿਹੜਾ ਹੈਗਾ ਰਿਟਰਨ ਕਰੇਗਾ। ਹੁਣ ਇਹ ਅਸੀਂ ਇੱਕ ਕੋਡ ਆ ਇਹ ਦੇਖਦੇ ਹਾਂ ਕਿ ਇਹ ਕਿਸ ਤਰ੍ਹਾਂ ਜਿਹੜਾ ਐਕਸਪਲਿਸਿਟ ਕਰਸਰ ਆ ਉਹ ਕੰਮ ਕਰਦਾ ਵਾ। ਐਗਜ਼ਾਮਪਲ ਹੈਗੀ ਆ ਕੰਸੀਡਰ ਏ PLSQL ਕੋਡ ਟੂ ਡਿਸਪਲੇ ਦਾ ਇੰਪਲੋਈ ਨੰਬਰ, ਇੰਪਲੋਈ ਨੇਮ, ਜੌਬ ਆਫ ਇੰਪਲੋਈਜ਼ ਆਫ ਡਿਪਾਰਟਮੈਂਟ ਨੰਬਰ 10। ਕਿ ਅਸੀਂ ਇੱਕ PLSQL ਕੋਡ ਦੇ ਥਰੂ ਇੰਪਲੋਈ ਨੰਬਰ, ਇੰਪਲੋਈ ਨੇਮ ਤੇ ਜੌਬ ਜਿਹੜੇ ਐਟਰੀਬਿਊਟਸ ਹੈਗੇ ਆ ਇਹਨਾਂ ਦੀਆਂ ਅਸੀਂ ਵੈਲਿਊਜ਼ ਡਿਸਪਲੇ ਕਰਨੀਆਂ ਜਿੱਥੇ ਡਿਪਾਰਟਮੈਂਟ ਨੰਬਰ ਦੀ ਵੈਲਿਊ 10 ਹੋਵੇ। ਤੋ ਇਹਦੇ ਵਿੱਚ ਵੇਖੋ ਅਸੀਂ ਕੋਡ ਕਿਸ ਤਰ੍ਹਾਂ ਲਿਖਿਆ ਵਾ। ਡਿਕਲੇਅਰ ਪਹਿਲਾਂ ਅਸੀਂ ਸੈਕਸ਼ਨ ਜਿਹੜਾ ਹੈਗਾ ਕੀਤਾ, ਉਹਦੇ ਵਿੱਚ ਅਸੀਂ ਇੱਕ ਕਰਸਰ ਡਿਕਲੇਅਰ ਕੀਤਾ C1। ਉਹਦੇ ਨਾਲ ਅਸੀਂ SQL ਸਟੇਟਮੈਂਟ ਮੈਪ ਕੀਤੀ ਸਿਲੈਕਟ ਇੰਪਲੋਈ ਨੰਬਰ, ਇੰਪਲੋਈ ਨੇਮ, ਜੌਬ ਫਰੋਮ EMP ਵੇਅਰ ਡਿਪਾਰਟਮੈਂਟ ਨੰਬਰ ਇਕੁਅਲ ਟੂ 10। ਅੱਗੇ ਕੀ ਹੈਗਾ ਅਸੀਂ ਇੱਕ ਜਿਹੜਾ ਹੈਗਾ ਵਾ ਇੱਕ ਵੇਰੀਏਬਲ ਲਿਆ ਰੈਕ, ਉੱਥੇ ਅਸੀਂ ਲਿਖਿਆ ਰੈਕ C1 ਪਰਸੈਂਟੇਜ ਰੋ ਟਾਈਪ। ਹੁਣ ਇਹਦਾ ਮਤਲਬ ਇਹ ਹੈਗਾ ਵਾ ਕਿ C1 ਪਰਸੈਂਟੇਜ ਰੋ ਟਾਈਪ ਦਾ ਮਤਲਬ ਇਹ ਆ ਕਿ C1 ਕਰਸਰ ਦੇ ਵਿੱਚ ਜਿਹੜੀ ਵੀ ਕੋਈ ਰੋ ਹੈਗੀ ਆ ਉਹਨੂੰ ਅਸੀਂ ਰੈਕ ਵੇਰੀਏਬਲਸ ਦੇ ਵਿੱਚ ਫੈਚ ਕਰ ਸਕਦੇ ਹਾਂ। ਤੇ C1 ਪਰਸੈਂਟੇਜ ਰੋ ਟਾਈਪ ਜਦੋਂ ਅਸੀਂ ਡਿਕਲੇਅਰ ਕਰਦੇ ਹਾਂ ਤੇ ਟੇਬਲ ਦੇ ਵਿੱਚ ਜਿਹੜੇ ਐਟਰੀਬਿਊਟਸ ਹੈਗੇ ਆ ਉਹਨਾਂ ਦੀਆਂ ਕੋਈ ਨਾ ਕੋਈ ਡੇਟਾ ਟਾਈਪ ਹੋਏਗੀ। ਅਗਰ ਅਸੀਂ ਉਹਨਾਂ ਦੀ ਕੋਈ ਵੀ ਡੇਟਾ ਟਾਈਪ ਜਿਹੜੀ ਕਿਸੇ ਵੀ ਐਟਰੀਬਿਊਟ ਦੀ ਜਾਂ ਕਿਸੇ ਵੀ ਵੇਰੀਏਬਲ ਦੀ ਜਿਹੜੀ ਡੇਟਾ ਟਾਈਪ ਚੇਂਜ ਕਰਦੇ ਹਾਂ ਤਾਂ ਆਟੋਮੈਟਿਕਲੀ PLSQL ਕੋਡ ਦੇ ਵਿੱਚ ਜਿਹੜੀ ਹੈਗੀ ਆ ਉਹ ਉਸੇ ਤਰ੍ਹਾਂ ਦੀ ਹੀ ਜਿਹੜੀ ਡੇਟਾ ਟਾਈਪ ਆ ਉਹ ਆਵੇਗੀ। ਮਤਲਬ ਕਿ ਸਪੋਜ਼ ਕਰੋ ਜਿਹੜਾ ਟੇਬਲ ਹੈਗਾ ਵਾ ਆਪਣਾ ਐਂਪ, ਉਹਦੇ ਵਿੱਚ ਇੱਕ ਫੀਲਡ ਹੈਗਾ ਇੰਪਲੋਈ ਨੰਬਰ, ਉਹਦੀ ਜਿਹੜੀ ਪਹਿਲਾਂ ਡੇਟਾ ਟਾਈਪ ਅਸੀਂ ਡਿਕਲੇਅਰ ਕੀਤੀ ਸੀ ਉਹ ਕੀਤੀ ਸੀ ਵੈਰ ਕੈਰ। ਹੁਣ ਵੈਰ ਕੈਰ ਤੋਂ ਅਸੀਂ ਜਿਹੜੀ ਹੈਗੀ ਆ ਟੇਬਲ ਦੇ ਵਿੱਚ ਜਿਹੜੀ ਆ ਉਹ ਕਰ ਦਿੱਤੀ ਨੰਬਰ, ਇੰਪਲੋਈ ਨੰਬਰ ਦੀ ਡੇਟਾ ਟਾਈਪ ਕਰ ਦਿੱਤੀ ਨੰਬਰ। ਹੁਣ ਜੇ ਨੰਬਰ ਡੇਟਾ ਟਾਈਪ ਨਾਲ ਵੈਲਿਊ ਆ ਰਹੀ ਆ ਤੇ ਇਸ ਜਿਹੜਾ PLSQL ਕੋਡ ਹੈਗਾ ਵਾ ਇਹਦੇ ਵਿੱਚ ਇੰਪਲੋਈ ਨੰਬਰ ਦੀ ਜਿਹੜੀ ਡੇਟਾ ਟਾਈਪ ਆ ਉਹ ਹੁਣ ਨੰਬਰ ਹੀ ਆਏਗੀ, ਵੈਰ ਕੈਰ ਨਹੀਂ ਆਏਗੀ। ਮਤਲਬ ਕਿ ਅਗਰ ਅਸੀਂ ਜਿਹੜਾ ਟੇਬਲਸ ਦੇ ਵਿੱਚ ਕਿਸੇ ਵੀ ਐਟਰੀਬਿਊਟਸ ਦੀ ਜੋ ਵੀ ਡੇਟਾ ਟਾਈਪ ਚੇਂਜ ਕਰਾਂਗੇ ਉਹ ਆਟੋਮੈਟਿਕਲੀ PLSQL ਕੋਡ ਦੇ ਵਿੱਚ ਅਫੈਕਟ ਹੋ ਜਾਏਗੀ। ਤੋ ਇਸ ਨੂੰ ਅਸੀਂ ਕਹਿੰਦੇ ਹਾਂ ਡਾਟਾ ਇੰਡੀਪੈਂਡੈਂਸ ਦਾ ਕੰਸੈਪਟ। ਸੋ ਅੱਗੇ ਅਸੀਂ ਜਿਹੜਾ ਹੈਗਾ ਬਿਗਿਨ ਓਪਨ C1। ਹੁਣ ਅਸੀਂ ਇੱਥੇ C1 ਕਰਸਰ ਨੂੰ ਓਪਨ ਕੀਤਾ, ਲੂਪ ਲਾਈ,
fetch C1 into rec। ਹੁਣ C1 ਕਰਸਰ ਦੇ ਵਿੱਚ ਜਿਹੜੀ ਵੈਲਿਊ ਹੈਗੀ ਹੈ ਜਾਂ ਜਿਹੜੀਆਂ ਰੋਜ਼ ਹੈਗੀਆਂ ਵਾ ਉਹਨੂੰ ਇੱਕ ਰੋ ਨੂੰ ਅਸੀਂ ਇੱਕ ਸਮੇਂ ਜਿਹੜਾ ਹੈਗਾ ਰੈਕ ਵੇਰੀਏਬਲ ਦੇ ਵਿੱਚ ਫੈਚ ਕਰਾਂਗੇ। ਐਗਜ਼ਿਟ ਵੈਨ C1% ਨਾਟ ਫਾਊਂਡ, ਇਸ ਕਰਸਰ ਨੂੰ ਉਹ ਐਗਜ਼ਿਟ ਕਰ ਜਾਏਗਾ ਜਦੋਂ ਰਿਕਾਰਡ ਨਹੀਂ ਮਿਲਦਾ। ਅੱਗੇ DBMS ਆਊਟਪੁੱਟ ਡਾਟ ਪੁੱਟ ਲਾਈਨ ਪੈਕੇਜ ਦੇ ਥਰੂ ਅਸੀਂ ਇੰਪਲੋਈ ਨੰਬਰ ਦੀ ਜਿਹੜੀ ਹੈਗੀ ਆ ਵੈਲਿਊ ਉਹ ਡਿਸਪਲੇ ਕਰਾਵਾਂਗੇ। ਉੱਥੇ ਅਸੀਂ ਲਿਖਿਆ ਵਾ rec.emp ਨੰਬਰ। rec.emp ਨੰਬਰ ਦਾ ਮਤਲਬ ਕਿ ਰੈਕ ਵੇਰੀਏਬਲਸ ਦੇ ਵਿੱਚ ਜਿਹੜੀ ਇੰਪਲੋਈ ਨੰਬਰ ਫੀਲਡ ਹੈਗਾ ਵਾ ਉਹਦੀ ਵੈਲਿਊ ਜਿਹੜੀ ਉਹ ਡਿਸਪਲੇ ਹੋ ਜਾਏਗੀ। ਫਿਰ DBMS ਆਊਟਪੁੱਟ ਡਾਟ ਪੁੱਟ ਲਾਈਨ ਨੇਮ, ਇੰਪਲੋਈ ਨੇਮ ਜਿਹੜਾ ਹੈਗਾ ਵਾ ਵੇਰੀਏਬਲ, ਇਹਦੀ ਵੈਲਿਊ ਡਿਸਪਲੇ ਹੋਏਗੀ rec.e ਨੇਮ ਦੇ ਥਰੂ। ਇਸੇ ਤਰ੍ਹਾਂ DBMS ਆਊਟਪੁੱਟ ਡਾਟ ਪੁੱਟ ਲਾਈਨ ਜੌਬ ਵੇਰੀਏਬਲ ਦੀ ਵੈਲਿਊ ਜਿਹੜੀ ਹੈਗੀ ਆ rec.job ਵੇਰੀਏਬਲ ਦੇ ਥਰੂ ਡਿਸਪਲੇ ਹੋ ਜਾਏਗੀ। ਲੂਪ ਦਾ ਐਂਡ ਹੋ ਜਾਏਗਾ, ਕਲੋਜ਼ C1 ਕਰਸਰ ਨੂੰ ਅਸੀਂ ਬੰਦ ਕਰ ਦੇਵਾਂਗੇ। ਜਦੋਂ ਅਸੀਂ ਕਰਸਰਸ ਦੀ ਗੱਲ ਕਰਦੇ ਹਾਂ ਤਾਂ ਅਸੀਂ ਕਰਸਰਸ ਦੇ ਨਾਲ ਜਿਹੜੀਆਂ ਹੈਗੀਆਂ ਲੂਪ ਉਹ ਵੀ ਯੂਜ਼ ਕਰ ਸਕਦੇ ਹਾਂ, ਕਿਉਂਕਿ ਜਦੋਂ ਅਸੀਂ ਲੂਪ ਯੂਜ਼ ਕਰਦੇ ਹਾਂ ਤਾਂ ਅਸੀਂ ਲੂਪ ਦੇ ਵਿੱਚ ਨੰਬਰ ਆਫ ਸਟੇਟਮੈਂਟਸ ਨੂੰ ਆਪਣੀ ਮਰਜ਼ੀ ਦੇ ਅਕੋਰਡਿੰਗਲੀ ਐਗਜ਼ੀਕਿਊਟ ਕਰਵਾ ਸਕਦੇ ਹਾਂ। ਤਾਂ ਕਰਸਰਸ ਦੇ ਨਾਲ ਲੂਪ ਯੂਜ਼ ਕਰਨ ਲਈ ਅਸੀਂ ਜਿਹੜਾ ਹੈਗਾ ਵਾ ਇਸ ਤਰ੍ਹਾਂ ਦੀ ਲੂਪ ਯੂਜ਼ ਕਰਦੇ ਹਾਂ ਜਿਸ ਦਾ ਸਿੰਟੈਕਸ ਇਸ ਤਰ੍ਹਾਂ ਹੁੰਦਾ ਵਾ। ਦਾ ਸਿੰਟੈਕਸ ਫਾਰ ਦਾ ਫਾਰ ਲੂਪ ਇਜ਼ ਫॉर ਵੇਰੀਏਬਲ ਨੇਮ ਇਨ ਕਰਸਰ ਨੇਮ ਲੂਪ then statements which we have to execute then end loop। तो ਜਦੋਂ ਅਸੀਂ ਇਸ ਤਰ੍ਹਾਂ ਦੀ ਲੂਪ ਇਸ ਤਰ੍ਹਾਂ ਦਾ ਸਿੰਟੈਕਸ ਯੂਜ਼ ਕਰਕੇ ਯੂਜ਼ ਕਰਦੇ ਹਾਂ ਤਾਂ ਜਿਹੜਾ ਓਰੈਕਲ ਇੰਜਨ ਆ ਇਹ ਆਟੋਮੈਟਿਕਲੀ ਜਿਹੜਾ ਹੈਗਾ ਕਿ ਇੰਪਲੀਸਿਟਲੀ ਕਰਸਰ ਜਿਹੜਾ ਡਿਕਲੇਅਰ ਕੀਤਾ ਹੁੰਦਾ ਵਾ ਉਹਦਾ ਇੱਕ ਲੂਪ ਇੰਡੈਕਸ ਕ੍ਰੀਏਟ ਕਰਦਾ ਜਾਂ ਇੱਕ ਵੇਰੀਏਬਲ ਨੇਮ ਡਿਕਲੇਅਰ ਕਰਦਾ ਜਿਹੜਾ ਪਰਸੈਂਟੇਜ ਰੋ ਟਾਈਪ ਰਿਕਾਰਡ ਹੁੰਦਾ ਵਾ। ਤੋ ਇਹਦੇ ਵਿੱਚ ਫਿਰ ਕਰਸਰ ਨੂੰ ਓਪਨ ਕੀਤਾ ਜਾਂਦਾ ਵਾ। ਫਿਰ ਕਰਸਰ ਦੇ ਵਿੱਚੋਂ ਇੱਕ ਰੋ ਜਿਹੜੀ ਫੈਚ ਕੀਤੀ ਜਾਂਦੀ ਆ ਈਚ ਲੂਪ ਇਟਰੇਸ਼ਨ ਦੇ ਵਾਸਤੇ, ਅਤੇ ਉਸ ਤੋਂ ਬਾਅਦ ਜਿਹੜਾ ਕਰਸਰ ਕਲੋਜ਼ ਕੀਤਾ ਜਾਂਦਾ ਜਦੋਂ ਸਾਰੀਆਂ ਰੋਜ਼ ਜਿਹੜੀਆਂ ਹੈਗੀਆਂ ਪ੍ਰੋਸੈਸ ਕਰ ਲਈਆਂ ਜਾਂਦੀਆਂ ਵਾ। ਤੋ ਅਸੀਂ ਦੇਖਦੇ ਹਾਂ ਕਿ ਇਹਦਾ ਜਿਹੜਾ ਹੈਗਾ ਯੂਜ਼ ਉਹ ਕਿਸ ਤਰ੍ਹਾਂ ਕੀਤਾ ਜਾਂਦਾ। ਇਹ ਅਸੀਂ ਐਗਜ਼ਾਮਪਲ ਦੇ ਦੇਖੀਏ ਤਾਂ ਇਹਦੇ ਵਿੱਚ ਕੀ ਹੈਗਾ, consider a PL/SQL code to display the employee number, employee name, job of employee of department number 10 with cursor for loop statement। तो ਅਸੀਂ ਕੋਡ ਜਿਹੜਾ ਹੈਗਾ ਇਸ ਤਰੀਕੇ ਦੇ ਨਾਲ ਲਿਖਿਆ ਵਾ। ਡਿਕਲੇਅਰ ਸੈਕਸ਼ਨ ਦੇ ਵਿੱਚ ਅਸੀਂ ਲਿਖਿਆ ਕਰਸਰ C1, ਇਹਨੂੰ C1 ਕਰਸਰ ਅਸੀਂ ਇੱਕ ਡਿਕਲੇਅਰ ਕਰ ਲਿਆ ਜਿਹਦੇ ਨਾਲ ਅਸੀਂ SQL ਸਟੇਟਮੈਂਟ ਮੈਪ ਕੀਤੀ ਜਿਹਦੇ ਵਿੱਚ ਅਸੀਂ ਇੰਪਲੋਈ ਨੰਬਰ, ਇੰਪਲੋਈ ਨੇਮ, ਜੌਬ ਇੰਪਲੋਈ ਟੇਬਲ ਤੋਂ ਫੈਚ ਕਰਦੇ ਹਾਂ ਜਿੱਥੇ ਡਿਪਾਰਟਮੈਂਟ ਨੰਬਰ 10 ਹੈਗਾ ਵਾ। ਹੁਣ ਬਿਗਿਨ ਸੈਕਸ਼ਨ ਦੇ ਵਿੱਚ ਅਸੀਂ ਜਿਹੜੀ ਆ ਫੋਰ ਲੂਪ ਯੂਜ਼ ਕੀਤੀ ਹੈ ਜਿਸ ਤਰ੍ਹਾਂ ਲਿਖਿਆ ਫੋਰ ਰੈਕ ਇਨ C1 ਲੂਪ। ਹੁਣ ਇਹਦੇ ਵਿੱਚ ਕੀ ਹੈਗਾ ਕਿ ਜਿਹੜਾ C1 ਕਰਸਰ ਆ ਉਹ ਆਟੋਮੈਟਿਕਲੀ ਓਪਨ ਹੋਏਗਾ, ਉਹਦੇ ਵਿੱਚ ਐਕਟਿਵ ਡੇਟਾ ਸੈੱਟ ਓਪਨ ਹੋਏਗਾ ਅਤੇ ਜਿਹੜਾ ਰਿਕਾਰਡ ਪੁਆਇੰਟਰ ਹੋਏਗਾ ਉਸ ਐਕਟਿਵ ਡੇਟਾ ਸੈੱਟ ਦੇ ਸਭ ਤੋਂ ਫਸਟ ਜਿਹੜਾ ਹੈਗਾ ਰਿਕਾਰਡ ਆ ਉਹਦੇ 'ਤੇ ਹੋਏਗਾ। ਹੁਣ ਈਚ ਰੋ ਜਿਹੜੀ ਹੈਗੀ ਆ ਉਹ ਲੂਪ ਦੇ ਵਿੱਚ ਜਿਹੜਾ ਹੈਗਾ ਵਾ ਐਕਟਿਵ ਡਾਟਾ ਸੈੱਟ ਰਹਿੰਦਾ ਵਾ ਅਤੇ ਈਚ ਜਿਹੜੀ ਰੋ ਆ ਉਹ ਰੈਕ ਵੇਰੀਏਬਲ ਦੇ ਵਿੱਚ ਫੈਚ ਹੁੰਦੀ ਆ। ਫਿਰ ਦੇਖੋ ਅੱਗੇ ਅਸੀਂ ਲਿਖਿਆ DBMS ਆਊਟਪੁੱਟ ਡਾਟ ਪੁੱਟ ਲਾਈਨ ਇੰਪਲੋਈ ਨੰਬਰ ਨੂੰ ਅਸੀਂ ਡਿਸਪਲੇ ਕਰਾ ਰਹੇ ਹਾਂ, ਉਹ ਕਾਹਦੇ 'ਚੋਂ ਕਰਾ ਰਹੇ ਹਾਂ rec.emp ਨੰਬਰ। ਹੁਣ ਜਿਹੜਾ ਰੈਕ ਵੇਰੀਏਬਲ ਦੇ ਵਿੱਚ ਅਸੀਂ ਰੋ ਫੈਚ ਕੀਤੀ ਆ ਉਹਦੇ ਵਿੱਚ ਨੈਚੁਰਲੀ ਜਿਹੜੀਆਂ ਵੈਲਿਊਜ਼ ਹੈਗੀਆਂ ਉਹ ਵੇਰੀਏਬਲਸ ਦੀਆਂ ਹੈਗੀਆਂ ਵਾ ਅਤੇ ਉਹਨਾਂ ਦੇ ਵਿੱਚੋਂ ਇੱਕ ਵੇਰੀਏਬਲ ਹੈਗਾ ਵਾ ਇੰਪਲੋਈ ਨੰਬਰ। ਇਸੇ ਕਰਕੇ ਅਸੀਂ ਜਿਹੜਾ ਹੈਗਾ rec.employee ਨੰਬਰ ਲਿਖ ਕੇ ਇੰਪਲੋਈ ਨੰਬਰ ਦੀ ਵੈਲਿਊ ਡਿਸਪਲੇ ਕਰਾ ਲਈ। ਇਸ ਤਰ੍ਹਾਂ ਅਸੀਂ ਇੰਪਲੋਈ ਨੇਮ ਦੀ ਕਰਾ ਲਈ ਅਤੇ ਜੌਬ ਦੀ ਕਰਾ ਲਈ। ਇਸ ਤਰੀਕੇ ਦੇ ਨਾਲ ਅਸੀਂ ਜਿਹੜੀਆਂ ਹੈਗੀਆਂ ਵੈਲਿਊਜ਼ ਉਹ ਡਿਸਪਲੇ ਕਰਾ ਸਕਦੇ ਹਾਂ। ਅੱਗੇ ਹੈਗਾ ਕਰਸਰਸ ਵਿਦ ਪੈਰਾਮੀਟਰਸ। ਕਰਸਰਸ ਵਿਦ ਪੈਰਾਮੀਟਰਸ ਦਾ ਮਤਲਬ ਹੈ ਕਿ ਜਦੋਂ ਅਸੀਂ ਕਰਸਰਸ ਡਿਕਲੇਅਰ ਕਰਾਉਣੇ ਤਾਂ ਅਸੀਂ ਉਹਨਾਂ ਨੂੰ ਓਪਨ ਕਰਦੇ ਹਾਂ ਤਾਂ ਅਸੀਂ ਉਹਨਾਂ ਨੂੰ ਅਸੀਂ ਪੈਰਾਮੀਟਰਸ ਜਿਹੜੇ ਹੈਗੇ ਆ ਉਹ ਪਾਸ ਕਰ ਸਕਦੇ ਹਾਂ। ਪੈਰਾਮੀਟਰਸ ਦੇ ਥਰੂ ਅਸੀਂ ਉਹਨਾਂ ਨੂੰ ਪਰਟੀਕੂਲਰ ਵੈਲਿਊ ਪਾਸ ਕਰ ਸਕਦੇ ਹਾਂ ਅਤੇ ਉਸ ਵੈਲਿਊ ਦੀ ਹੈਲਪ ਦੇ ਨਾਲ ਅਸੀਂ ਜਿਹੜੀ ਪਰਟੀਕੂਲਰ ਰੋ ਆ ਉਹਨੂੰ ਫੈਚ ਕਰ ਸਕਦੇ ਹਾਂ। ਤੋ ਇਹਦੇ ਵਿੱਚ ਜਿਹੜਾ ਸਿੰਟੈਕਸ ਹੁੰਦਾ ਉਹ ਇਸ ਤਰ੍ਹਾਂ ਵਾ। ਸਿੰਟੈਕਸ ਟੂ ਡਿਕਲੇਅਰ ਪੈਰਾਮੀਟਰਾਈਜ਼ਡ ਕਰਸਰ ਉਹ ਹੈਗਾ ਵਾ ਕਰਸਰ ਨੇਮ ਵਿਦਨ ਬ੍ਰੈਕਟ ਵੇਰੀਏਬਲ ਨੇਮ, ਉਹਦੀ ਡੇਟਾ ਟਾਈਪ ਇਜ਼
ਇੱਥੇ ਅਸੀਂ ਸਿਲੈਕਟ ਸਟੇਟਮੈਂਟ ਨੂੰ ਮੈਪ ਕਰ ਰਹੇ ਹਾਂ। ਉਸ ਤੋਂ ਬਾਅਦ ਓਪਨ ਕਰਸਰ ਨੇਮ, ਕਰਸਰ ਨੂੰ ਓਪਨ ਕੀਤਾ ਤੇ ਉਹਦੇ ਵਿੱਚ ਜਿਹੜੀਆਂ ਵੈਲਿਊ ਜਾਂ ਵੇਰੀਏਬਲ ਜਾਂ ਜਿਹੜੀ ਐਕਸਪ੍ਰੈਸ਼ਨ ਹੈ ਉਹਨੂੰ ਪਾਸ ਆਨ ਕੀਤਾ। ਤੋ ਇਹਦੀ ਅਸੀਂ ਐਗਜ਼ਾਮਪਲ ਇਹ ਦੇਖਦੇ ਹਾਂ, ਇਹਦੇ ਨਾਲ ਸਾਨੂੰ ਬਿਲਕੁਲ ਜਿਹੜਾ ਕਲੀਅਰ ਹੋ ਜਾਏਗਾ। ਜਿਸ ਤਰ੍ਹਾਂ ਕਹਿੰਦਾ ਵਾ, ਕੰਸੀਡਰ ਏ PLSQL ਕੋਡ ਟੂ ਕੈਲਕੂਲੇਟ ਦਾ ਟੋਟਲ ਸੈਲਰੀ ਆਫ ਫਸਟ n records of EMP table, the value of n is passed to cursor as parameter। ਤੋ ਇਹਦੇ ਵਿੱਚ ਡਿਕਲੇਅਰ ਸੈਕਸ਼ਨ ਦੇ ਵਿੱਚ ਅਸੀਂ ਇੱਕ e ਵੇਰੀਏਬਲ ਡਿਕਲੇਅਰ ਕੀਤਾ ਜਿਹਦੀ ਡੇਟਾ ਟਾਈਪ ਨੰਬਰ ਆ ਔਰ ਉਹਦੀ ਵਿਡਥ ਹੈਗੀ 5। ਇਸ ਤਰ੍ਹਾਂ s ਇੱਕ ਵੇਰੀਏਬਲ ਹੈ ਜਿਹਦੀ ਡੇਟਾ ਟਾਈਪ ਨੰਬਰ ਆ, ਉਹਦੀ ਵਿਡਥ ਹੈਗੀ 5 ਤੇ ਅਸੀਂ ਉਹਨੂੰ 0 ਇਨੀਸ਼ੀਅਲਾਈਜ਼ ਕਰ ਲਿਆ। ਹੁਣ ਅਸੀਂ ਕਰਸਰ ਡਿਕਲੇਅਰ ਕੀਤਾ C1, ਉਹਨੂੰ ਅਸੀਂ ਪੈਰਾਮੀਟਰ ਪਾਸ ਕਰ ਰਹੇ ਹਾਂ n ਜਿਹਦੀ ਡੇਟਾ ਟਾਈਪ ਹੈ ਨੰਬਰ, ਤੇ ਉਹਦੇ ਨਾਲ ਅਸੀਂ ਸਿਲੈਕਟ ਸਟੇਟਮੈਂਟ ਮੈਪ ਕਰ ਰਹੇ ਹਾਂ। select cell from EMP where row num less than equal to n। row num ਦਾ ਮਤਲਬ ਹੈਗਾ ਕਿ ਜਿਹੜਾ ਐਕਟਿਵ ਡੇਟਾ ਸੈੱਟ ਆ ਉਹਦੇ ਵਿੱਚ ਪੁਆਇੰਟਰ ਜਿਹੜਾ ਹੈਗਾ ਵਾ ਉਹਦੀ ਪੋਜੀਸ਼ਨ row num ਦੇ ਥਰੂ ਜਿਹੜੀ ਹੈਗੀ ਰਿਪਰੈਜ਼ੈਂਟ ਉਹ ਹੁੰਦੀ ਆ। begin open C1 within ਬ੍ਰੈਕਟ ਅਸੀਂ ਜਿਹੜਾ ਹੈਗਾ ਵਾ %n ਲਿਖ ਕੇ ਜਿਹੜੀ ਹੈਗੀ ਆ ਪੈਰਾਮੀਟਰ ਦੀ ਵੈਲਿਊ ਪਾਸ ਔਨ ਕਰਾਂਗੇ। ਲੂਪ fetch C1 into E। ਹੁਣ C1 ਕਰਸਰ ਜਾਂ ਦੇ ਥਰੂ ਜਿਹੜਾ ਐਕਟਿਵ ਡੇਟਾ ਸੈੱਟ ਅਸੀਂ ਲੈਂਦੇ ਹਾਂ ਕਰਸਰ ਦੇ ਵਿੱਚ, ਉਹਦੇ ਚੋਂ ਹਰ ਰੋ ਜਿਹੜੀ ਹੈਗੀ ਆ ਉਹ 1 by 1 E ਵੇਰੀਏਬਲ ਦੇ ਵਿੱਚ ਆਏਗੀ। ਐਗਜ਼ਿਟ ਵੈਨ C1 % ਨਾਟ ਫਾਊਂਡ, ਜਦੋਂ C1 ਕਰਸਰ ਦੇ ਵਿੱਚੋਂ ਸਾਨੂੰ ਕੋਈ ਰੋ ਨਹੀਂ ਮਿਲੇਗੀ ਅਸੀਂ ਇਸ ਲੂਪ ਨੂੰ ਐਗਜ਼ਿਟ ਕਰ ਦੇਵਾਂਗੇ। S = S + E। S ਜਿਹੜਾ ਉੱਤੇ ਅਸੀਂ ਵੇਰੀਏਬਲ ਡਿਕਲੇਅਰ ਕਰਕੇ ਆਏ ਹਾਂ ਉਹਦੇ ਵਿੱਚ ਜਿਹੜੀ ਅਸੀਂ ਸੈਲ ਦੀ ਵੈਲਿਊ E ਦੇ ਵਿੱਚ ਲੈ ਰਹੇ ਹਾਂ ਉਹਨੂੰ ਅਸੀਂ ਜਮ੍ਹਾਂ ਕਰਾ ਰਹੇ ਹਾਂ, ਜੋੜੀ ਜਾ ਰਹੇ ਹਾਂ ਤੇ ਉਹਨੂੰ S ਦੇ ਵਿੱਚ ਰੱਖੀ ਜਾ ਰਹੇ ਹਾਂ ਸਮ। ਉਸ ਤੋਂ ਬਾਅਦ ਅਸੀਂ ਲੂਪ ਦਾ ਐਂਡ ਕਰਦੇ ਹਾਂ। DBMS output.put ਲਾਈਨ ਦੇ ਥਰੂ ਅਸੀਂ ਜਿਹੜਾ ਹੈਗਾ ਵਾ S ਨੂੰ ਜਿਹੜਾ ਡਿਸਪਲੇ ਕਰਾ ਲੈਂਦੇ ਹਾਂ ਤੇ ਕਲੋਜ਼ C1 ਤੇ C1 ਨੂੰ ਅਸੀਂ ਜਿਹੜਾ ਹੈਗਾ ਵਾ ਉਹ ਬੰਦ ਕਰ ਲੈਂਦੇ ਹਾਂ। ਇਸੇ ਤਰੀਕੇ ਨਾਲ ਹੀ ਜਿਹੜਾ ਅਸੀਂ ਕਰਸਰ ਫਾਰ ਲੂਪ ਪਿੱਛੇ ਦੇਖ ਕੇ ਆਏ ਹਾਂ ਉਹਨੂੰ ਵੀ ਅਸੀਂ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਯੂਜ਼ ਕਰ ਸਕਦੇ ਹਾਂ। ਡਿਕਲੇਅਰ S ਨੰਬਰ ਵੇਰੀਏਬਲ ਇੱਕ S ਡਿਕਲੇਅਰ ਕੀਤਾ ਜਿਹਦੀ ਡੇਟਾ ਟਾਈਪ ਨੰਬਰ ਆ, ਉਹਦੀ ਵਿਡਥ 5 ਆ ਔਰ ਉਹਨੂੰ ਅਸੀਂ 0 ਇਨੀਸ਼ੀਅਲਾਈਜ਼ ਕਰ ਲਿਆ ਵਾ। ਹੁਣ ਅਸੀਂ ਕਰਸਰ C1 ਕਰਸਰ ਇੱਕ ਜਿਹੜਾ ਹੈਗਾ C1 ਡਿਕਲੇਅਰ ਕੀਤਾ ਜਿਹਦੇ ਵਿੱਚ ਅਸੀਂ n ਪੈਰਾਮੀਟਰ ਪਾਸ ਕਰ ਰਹੇ ਹਾਂ ਜਿਹਦੀ ਡੇਟਾ ਟਾਈਪ ਨੰਬਰ ਆ ਔਰ ਅਸੀਂ ਸਿਲੈਕਟ ਸਟੇਟਮੈਂਟ ਨੂੰ ਮੈਪ ਕਰ ਰਹੇ ਹਾਂ। ਸਿਲੈਕਟ ਸੈਲ ਫਰੋਮ EMP where row num less than equal to n। begin for rec in C1 of ਪੈਰਾਮੀਟਰ n ਪਾਸ ਕੀਤਾ, ਲੂਪ ਲੱਗੀ S = S + rec dot cell end loop। ਇਸ ਲੂਪ ਦੇ ਵਿੱਚ ਅਸੀਂ ਜਿਹੜਾ ਹੈਗਾ ਹੁਣ C1 ਕਰਸਰ ਦੇ ਵਿੱਚੋਂ ਅਸੀਂ ਜਿਹੜੀ ਇੱਕ ਰੋ ਆ ਉਹਨੂੰ ਅਸੀਂ ਰੈਕ ਦੇ ਵਿੱਚ ਲੈਂਦੇ ਹਾਂ ਔਰ ਰੈਕ ਦਾ ਜਿਹੜਾ ਫਿਰ ਰੈਕ ਦੇ ਵਿੱਚ ਜਿਹੜਾ ਸੈਲ ਵੇਰੀਏਬਲ ਆ ਉਹਦੀ ਜਿਹੜੀ ਵੈਲਿਊ ਆ ਉਹਨੂੰ S ਦੇ ਵਿੱਚ ਐਡ ਕਰਦੇ ਹਾਂ। ਇਸ ਤਰ੍ਹਾਂ ਅਸੀਂ ਜਿਹੜੀ ਹੈਗੀ ਆ ਇੱਕ ਐਡੀਸ਼ਨਸ ਕਰਕੇ ਤੇ S ਨੂੰ DBMS output.put ਲਾਈਨ ਪੈਕੇਜ ਦੇ ਥਰੂ ਡਿਸਪਲੇ ਕਰਾ ਲੈਂਦੇ ਹਾਂ। ਇਸ ਤਰੀਕੇ ਦੇ ਨਾਲ ਅਸੀਂ ਜਿਹੜੀਆਂ ਇਹ ਲੂਪਸ ਹੈਗੀਆਂ ਇਹਨਾਂ ਨੂੰ ਯੂਜ਼ ਕਰਦੇ ਹਾਂ ਔਰ ਪੈਰਾਮੀਟਰਸ ਕਰਸਰਸ ਤੇ ਕਰਸਰ ਫਾਰ ਲੂਪਸ ਨੂੰ ਯੂਜ਼ ਕਰਕੇ ਅਸੀਂ ਜਿਹੜੀ ਪ੍ਰੋਗਰਾਮਿੰਗ PLSQL ਦੇ ਵਿੱਚ ਕਰਦੇ ਹਾਂ।